ਵਾਹਿਗੁਰੂ जी का खालसा वाहिगुरू जी की फतेह। प्रोग्राम सफरे शहादत ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਅਸੀਂ ਪਹੁੰਚੇ ਹਾਂ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ, ਜਿੱਥੇ ਦਸਮ ਪਾਤਸ਼ਾਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਕੀਤੀ। ਅਤੇ ਹੁਣ ਅਸੀਂ ਜਿਸ ਜਗ੍ਹਾ ਦੇ ਉੱਤੇ ਖੜੇ ਹਾਂ, ਇਹ ਉਹ ਕਿਲ੍ਹਾ ਆ ਜਿਸ ਦਾ ਨਾਮ ਹੈ ਕਿਲ੍ਹਾ ਆਨੰਦਗੜ੍ਹ ਸਾਹਿਬ। ਇਹ ਉਹ ਜਗ੍ਹਾ ਜਿੱਥੇ ਜਿਸ ਕਿਲ੍ਹੇ ਨੂੰ ਮੁਗਲਾਂ ਨੇ ਘੇਰਾ ਪਾ ਕੇ ਰੱਖਿਆ ਅਤੇ ਗੁਰੂ ਸਾਹਿਬ ਅਤੇ ਉਹਨਾਂ ਦਾ ਸਾਰਾ ਪਰਿਵਾਰ ਅਤੇ ਸਿੰਘ ਸਿੰਘਣੀਆਂ ਇਸੇ ਹੀ ਕਿਲ੍ਹੇ ਦੇ ਅੰਦਰ ਸਨ। ਅਤੇ ਫਿਰ ਮੁਗਲਾਂ ਨੇ ਝੂਠੀਆਂ ਕਸਮਾਂ ਖਾ ਕੇ ਇਸ ਕਿਲ੍ਹੇ ਨੂੰ ਗੁਰੂ ਸਾਹਿਬ ਨੂੰ ਛੱਡ ਜਾਣ ਲਈ ਕਿਹਾ, ਪਰ ਗੁਰੂ ਸਾਹਿਬ ਨੇ ਸਿੰਘਾਂ ਦੀ ਗੱਲ ਮੰਨਦਿਆਂ ਹੋਇਆਂ ਪਰਿਵਾਰ ਸਮੇਤ ਇਹ ਕਿਲ੍ਹਾ ਜਿਹੜਾ ਉਹ ਛੱਡਿਆ। ਸੋ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਇਸ ਕਿਲ੍ਹੇ ਦੇ ਅਤੇ ਨਾਲ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ। ਸੋ ਬਿਲਕੁਲ ਆਪ ਜੀ ਇਸ ਵੇਲੇ ਦਰਸ਼ਨ ਦਿਦਾਰੇ ਕਰ ਰਹੇ ਹੋ ਗੁਰਦੁਆਰਾ ਕਿਲ੍ਹਾ ਸ਼੍ਰੀ ਆਨੰਦਗੜ੍ਹ ਸਾਹਿਬ। ਇਸ ਕਿਲ੍ਹੇ ਦੇ ਅੰਦਰ ਇਸ ਵੇਲੇ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਹੈ ਉਹ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸੋ ਇਹ ਕਿਲ੍ਹਾ ਜਿਹੜਾ ਸਨ 1699 ਤੋਂ 1705 ਤੱਕ ਜਿਹੜਾ ਬਣਾਇਆ ਗਿਆ ਆ, ਅਤੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਵਿਰੁੱਧ ਗੁਰੂ ਸਾਹਿਬ ਨੇ ਜਿਹੜੀਆਂ ਕਈ ਜੰਗ ਅਤੇ ਯੁੱਧ ਲੜੇ ਆ। ਅਤੇ ਇਹ ਕਿਲ੍ਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 5 ਕਿਲ੍ਹਿਆਂ ਦੇ ਵਿੱਚੋਂ ਇੱਕ ਹੈ, ਅਤੇ ਭੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਦੇ ਵਿੱਚ ਇਸ ਕਿਲ੍ਹੇ ਦੀ ਉਸਾਰੀ ਕੀਤੀ ਗਈ। ਕਿਲ੍ਹੇ ਦੇ ਅੰਦਰ ਗੁਰੂ ਸਾਹਿਬ ਜੀ ਦੇ ਸਮੇਂ ਦੀ ਪੁਰਾਤਨ ਬੌਲੀ ਸਾਹਿਬ ਜੀ ਦੇ ਵੀ ਆਪ ਜੀ ਦਰਸ਼ਨ ਕਰ ਰਹੇ ਹੋ। ਗੁਰੂ ਸਾਹਿਬ ਜੀ ਦੇ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਉਪਰੰਤ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਵੱਲੋਂ ਹਮਲਾ ਨਾ ਕਰਨ ਦੀਆਂ ਕਸਮਾਂ ਖਾਣ 'ਤੇ ਗੁਰੂ ਸਾਹਿਬ ਜੀ ਨੇ ਇੱਥੋਂ ਕਿਲ੍ਹਾ ਖਾਲੀ ਕਰਕੇ ਸਮੂਹ ਸਿੰਘਾਂ ਸਮੇਤ ਚਮਕੌਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ ਸਨ। ਸੋ ਇਹ ਕਿਲ੍ਹੇ ਦਾ ਬਾਹਰੀ ਰੂਪ ਆਪ ਜੀ ਦੇਖ ਰਹੇ ਹੋ। ਲਾਲ ਰੰਗ ਦੀ ਇਹ ਇੱਕ ਵੱਡੀ ਕਿਲ੍ਹੇ ਦੀ ਇਮਾਰਤ ਜਿਹੜੀ ਆ ਉਹ ਨਜ਼ਰ ਆ ਰਹੀ ਆ, ਜਿਸ ਦੇ ਵਿੱਚੋਂ ਦੀ ਕਈ ਸੁਰਾਖ ਜਿਹੜੇ ਆ ਉਹ ਨਜ਼ਰ ਆ ਰਹੇ ਆ। ਇਹ ਸੁਰਾਖ ਉਸ ਸਮੇਂ ਜਦੋਂ ਹਮਲਾ ਹੋਇਆ ਤਾਂ ਤੀਰ ਇਹਨਾਂ ਦੇ ਵਿੱਚ ਦੀ ਛੱਡਣ ਵਾਸਤੇ, ਦੁਸ਼ਮਣ ਦਾ ਟਾਕਰਾ ਕਰਨ ਵਾਸਤੇ ਬਣਾਏ ਗਏ। ਸੋ ਇਸ ਕਿਲ੍ਹੇ ਦੇ ਅੰਦਰ ਗੁਰੂ ਸਾਹਿਬ, ਉਹਨਾਂ ਦਾ ਪਰਿਵਾਰ ਅਤੇ ਹੋਰ ਸਿੰਘ ਸਿੰਘਣੀਆਂ ਰਹੇ। 7 ਮਹੀਨੇ ਦੇ ਘੇਰੇ ਤੋਂ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿੰਘਾਂ ਦੇ ਕਹਿਣ ਦੇ ਉੱਤੇ, ਬੇਨਤੀ ਕਰਨ ਦੇ ਉੱਤੇ ਇਸ ਕਿਲ੍ਹੇ ਨੂੰ ਖਾਲੀ ਕੀਤਾ। ਸੋ ਇਸ ਦਾ ਅੰਦਰ ਦਾ ਰੂਪ ਜਿਹੜਾ ਆ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਅੰਦਰੋਂ ਕਿਵੇਂ ਇਸ ਦੀ ਉਸਾਰੀ ਹੋਈ, ਕਿਵੇਂ ਬਣਿਆ ਹੋਇਆ। ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਕਿਲ੍ਹੇ ਦਾ ਅੰਦਰਲਾ ਹਿੱਸਾ, ਜਿਸ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਆ, ਅਤੇ ਇਸ ਦੇ ਵਿੱਚ ਕੁਝ ਜਗ੍ਹਾ ਦੇ ਉੱਤੇ ਸ਼ੀਸ਼ਾ ਲਾ ਕੇ ਪੁਰਾਤਨ ਕਿਲ੍ਹੇ ਦੀਆਂ ਕੰਧਾਂ ਨੂੰ ਅਜੇ ਵੀ ਸਾਂਭ ਕੇ ਰੱਖਿਆ ਹੋਇਆ ਆ, ਜੋ ਸੰਗਤਾਂ ਆ ਕੇ ਦਰਸ਼ਨ ਕਰ ਸਕਣ ਕਿ ਕਿਵੇਂ ਨਿੱਕੀ ਇੱਟ ਦੇ ਨਾਲ ਇਹ ਕਿਲ੍ਹਾ ਜਿਹੜਾ ਆ ਉਹ ਬਣਿਆ ਹੋਇਆ ਸੀਗਾ। ਸੋ ਬਿਲਕੁਲ ਇਸ ਵੇਲੇ ਮੈਂ ਬੈਠਾ ਹੋਇਆ ਹਾਂ ਕਿਲ੍ਹਾ ਆਨੰਦਗੜ੍ਹ ਦੇ ਬਿਲਕੁਲ ਸਾਹਮਣੇ। ਇਸ ਦੇ ਅੰਦਰ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਆ ਉਹ ਕੀਤਾ ਹੋਇਆ ਹੈ। ਅਤੇ ਜੇਕਰ ਕਿਲ੍ਹੇ ਦੀ ਬਾਹਰਲੇ ਪਾਸੇ ਦੇਖਿਆ ਜਾਵੇ, ਬਿਲਕੁਲ ਕਿਲ੍ਹੇ ਦੇ ਸਾਹਮਣੇ ਵਾਲੇ ਪਾਸੇ ਕਿਲ੍ਹੇ ਦੇ ਸਨਮੁਖ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਸੰਗਤਾਂ ਰੋਜ਼ਾਨਾ ਹੀ
ਪਹੁੰਚਦੀਆਂ ਨੇ, ਨਤਮਸਤਕ ਹੁੰਦੀਆਂ ਨੇ, ਜਾਂ ਅਨੰਦਪੁਰ ਸਾਹਿਬ ਦਰਸ਼ਨ ਕਰਨ ਆਈਆਂ ਸੰਗਤਾਂ ਵੀ ਇਸ ਕਿਲ੍ਹੇ ਦੇ ਦਰਸ਼ਨ ਕਰਨ ਵਾਸਤੇ ਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਨੇ। ਸੋ ਸਫਰੇ ਸ਼ਹਾਦਤ ਦਾ ਸਫ਼ਰ ਜਿਹੜਾ ਆ ਉਹ ਇਸ ਕਿਲ੍ਹੇ ਨੂੰ ਛੱਡਣ ਤੋਂ ਬਾਅਦ ਦੇ ਵਿੱਚ ਹੀ ਸ਼ੁਰੂ ਹੁੰਦਾ ਆ ਅਤੇ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਇੱਥੋਂ ਚਾਲੇ ਪਾਉਂਦੇ ਆ ਅਤੇ ਫਿਰ ਅੱਗੇ ਚੱਲ ਕੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਬਣਿਆ ਹੋਇਆ ਆ ਉੱਥੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਜਾਂਦਾ ਆ, ਜਿਹੜਾ ਫਿਰ ਸਰੀਰਕ ਰੂਪ ਦੇ ਵਿੱਚ ਕਦੇ ਵੀ ਇਕੱਠਾ ਨਹੀਂ ਹੋ ਸਕਿਆ। ਵੀਰੇ ਗਲੇ ਮਿਲੇ ਨੇ ਜੈਸਾ ਮਿਲਾਪ ਹੋਇਆ, ਚੁੱਪਚਾਪ ਰੋਏ ਤਾਰੇ, ਆਸਮਾਂ ਵੀ ਰੋਇਆ। ਵੇਖੋ ਆਨੰਦਪੁਰ ਤੋਂ ਜੈਸਾ ਪਿਆ ਵਿਛੋੜਾ, ਉੱਡਿਆ ਜਮਾਨ ਸਰ ਚੋਂ ਹੰਸਾਂ ਦਾ ਜੋੜਾ ਜੋੜਾ। ਕੈਸੀ ਘੜੀ ਚੋਂ ਵਿਛੜੇ, ਮੁੜ ਕੇ ਮਿਲ ਨਾ ਪਾਏ ਹਾਏ। ਸੋ ਤੁਹਾਨੂੰ ਕਿਲ੍ਹੇ ਦਾ ਸੰਖੇਪ ਇਤਿਹਾਸ ਅਸੀਂ ਦੱਸਿਆ ਅਤੇ ਇਸ ਤੋਂ ਬਾਅਦ ਦੇ ਵਿੱਚ ਸਮੁੱਚਾ ਇਤਿਹਾਸ ਜਿਹੜਾ ਆ ਉਹ ਤੁਹਾਨੂੰ ਹੁਣ ਦੱਸਣਗੇ ਗਿਆਨੀ ਚਰਨਜੀਤ ਸਿੰਘ ਜੀ, ਕਥਾਵਾਚਕ ਤਖਤ ਸ੍ਰੀ ਕੇਸਗੜ੍ਹ ਸਾਹਿਬ। ਆਓ ਉਹਨਾਂ ਤੋਂ ਜਾਣਦੇ ਹਾਂ ਇਸ ਕਿਲ੍ਹੇ ਦਾ ਸਮੁੱਚਾ ਇਤਿਹਾਸ ਅਤੇ ਕਿਵੇਂ ਪਹਾੜੀ ਰਾਜਿਆਂ ਅਤੇ ਮੁਗਲਾਂ ਵੱਲੋਂ ਇੱਥੇ ਘੇਰਾ ਪਾਇਆ ਗਿਆ ਅਤੇ ਕੀ ਕੁਝ ਇਤਿਹਾਸ ਦੇ ਵਿੱਚ ਦਰਜ ਆ। ਆਓ ਜਾਣਦੇ ਹਾਂ ਗਿਆਨੀ ਚਰਨਜੀਤ ਸਿੰਘ ਹੋਰਾਂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਹ ਦੇ ਮਹੀਨੇ ਦੀ ਆਰੰਭਤਾ ਹੋ ਜਾਣ ਦੇ ਨਾਲ ਹੀ ਸਫਰੇ ਸ਼ਹਾਦਤ ਦੀ ਆਰੰਭਤਾ ਹੋ ਜਾਂਦੀ ਹੈ। ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਗੁਰੂ ਕਾ ਸਿੱਖ ਵਸਦਾ ਹੈ, ਉਹਦੇ ਮਨ ਦੇ ਵਿੱਚ ਇਹਨਾਂ ਦਿਨਾਂ ਨੂੰ ਲੈ ਕੇ ਬੜੀ ਸ਼ਰਧਾ ਭਾਵਨਾ ਵੈਰਾਗ ਹੁੰਦਾ ਹੈ। ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਪੋਹ ਦੀਆਂ ਉਹਨਾਂ ਠੰਡੀਆਂ ਰਾਤਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਪਰਿਵਾਰ ਖੇਰੂ ਖੇਰੂ ਹੋ ਗਿਆ, ਪਰਿਵਾਰ ਦੇ ਵਿਛੋੜੇ ਪੈ ਗਏ, ਜਿਸ ਇਤਿਹਾਸ ਨੂੰ ਸਾਰੀ ਸਿੱਖ ਸੰਗਤ ਜਾਣਦੀ ਹੈ। ਔਰ ਐਸਾ ਦਿਲ ਕੰਬਾਊ ਉਹ ਇਤਿਹਾਸਕ ਘਟਨਾਵਾਂ ਹਨ ਜਿਨ੍ਹਾਂ ਨੂੰ ਸੁਣ ਕੇ ਅੱਜ ਵੀ ਸਾਧ ਸੰਗਤ ਜੀ ਲੂੰ ਖੜਾ ਹੋ ਉੱਠਦਾ ਹੈ ਔਰ ਰੂਹ ਝੰਜੋੜੀ ਜਾਂਦੀ ਹੈ। ਆਪ ਜੀ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ, ਇਹ ਅਸਥਾਨ, ਇਹਦਾ ਨਾਮ ਹੈ ਕਿਲ੍ਹਾ ਆਨੰਦਗੜ੍ਹ ਸਾਹਿਬ। ਇਹ ਉਹ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਬਾਜਾਂ ਵਾਲੇ ਪਾਤਸ਼ਾਹ ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ ਜੀ ਨੇ ਆਪਣੇ ਚਰਨ ਪਾਏ। ਇਸ ਕਿਲ੍ਹੇ ਦੇ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ, ਜਿਸ ਵੇਲੇ ਭੰਗਾਣੀ ਦਾ ਯੁੱਧ ਜਿੱਤ ਕੇ ਆਏ ਆ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਉਸ ਵੇਲੇ ਅਨੰਦਪੁਰ ਸਾਹਿਬ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਹਿਫਾਜ਼ਤ ਦੇ ਲਈ ਕਿਲ੍ਹਿਆਂ ਦੀ ਉਸਾਰੀ ਕੀਤੀ ਹੈ। ਜਿੱਥੇ ਅਨੰਦਪੁਰ ਸਾਹਿਬ ਦੇ ਅੰਦਰ ਕਿਲ੍ਹਾ ਆਨੰਦਗੜ੍ਹ ਸਾਹਿਬ ਹੈ, ਕਿਲ੍ਹਾ ਹੋਲਗੜ੍ਹ ਸਾਹਿਬ ਹੈ, ਕਿਲ੍ਹਾ ਲੋਹਗੜ੍ਹ ਸਾਹਿਬ ਹੈ, ਕਿਲ੍ਹਾ ਫਤਿਹਗੜ੍ਹ ਸਾਹਿਬ ਹੈ ਔਰ ਕਿਲ੍ਹਾ ਤਾਰਾਗੜ੍ਹ ਸਾਹਿਬ ਹੈ। ਇਹ ਪਾਵਨ ਪਵਿੱਤਰ ਉਹ ਮਹਾਨ ਅਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 5 ਕਿਲ੍ਹਿਆਂ ਦੇ ਵਿੱਚੋਂ ਸਭ ਤੋਂ ਮਹਾਨ ਅਤੇ ਵੱਡਾ ਕਿਲ੍ਹਾ ਆਨੰਦਗੜ੍ਹ ਸਾਹਿਬ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਰਿਵਾਰ ਦੇ ਸਮੇਤ ਰਹਿੰਦੇ ਰਹੇ ਹੈ। ਇੱਥੇ ਹੀ ਗੁਰੂ ਕੇ ਹਜ਼ਾਰਾਂ ਸਿੰਘ ਗੱਤਕਾ ਖੇਡਦੇ, ਖੁਸ਼ੀਆਂ ਨਾਲ ਰਹਿੰਦੇ। ਪਰ ਉਹ ਦਿਨ ਵੀ ਇਤਿਹਾਸ ਵਿੱਚੋਂ ਕਹਿ ਲਓ ਕਿ ਭੁੱਲੇ ਜਾਣ ਵਾਲੇ ਦਿਨ ਨਹੀਂ, ਜਿਸ ਵੇਲੇ ਇਸ ਕਿਲ੍ਹੇ ਨੂੰ ਚਾਰੇ ਪਾਸੇ ਤੋਂ ਪਹਾੜੀ ਫੌਜਾਂ ਨੇ ਘੇਰਾ ਪਾ ਲਿਆ, ਪਹਾੜੀ ਰਾਜਿਆਂ ਨੇ ਘੇਰਾ ਪਾ ਕੇ ਰੱਖਿਆ। ਉਹ ਜਿਹੜਾ ਜੰਗ ਹੋਇਆ, ਵੈਸੇ ਤਾਂ ਕਈ ਜੰਗ ਅਨੰਦਪੁਰ ਸਾਹਿਬ ਵਿਖੇ ਹੋਏ, ਪਰ ਉਹ ਜਿਹੜਾ ਆਖਰੀ ਜੰਗ ਜਿਹਨੂੰ ਵੱਡੀ ਜੰਗ ਕਰਕੇ ਕਹਿੰਦੇ, ਜਿਹਨੂੰ ਇਤਿਹਾਸ ਵਿੱਚ 7-8 ਮਹੀਨੇ ਦਾ ਸਮਾਂ ਦੱਸਦੇ ਆ ਕਿ 7-8 ਮਹੀਨੇ ਜੰਗ ਹੁੰਦਾ ਰਿਹਾ। ਪਹਾੜੀਆਂ ਨੇ ਘੇਰਾ ਪਾ ਕੇ ਰੱਖਿਆ, ਦੂਰ ਦੂਰ ਤੱਕ ਕਈ ਮੀਲ ਤੱਕ ਫੌਜਾਂ ਬੈਠੀਆਂ ਰਹੀਆਂ, ਪਰ ਸਾਧ ਸੰਗਤ ਗੁਰੂ ਕੇ ਸਿੰਘਾਂ ਨੇ ਪਹਾੜੀ ਫੌਜਾਂ ਦੀ ਕੋਈ ਵਾਹ ਕੋਈ ਪੇਸ਼ ਨਾ ਜਾਣ ਦਿੱਤੀ। ਉਸ ਵੇਲੇ ਉਹਨਾਂ ਜ਼ਾਲਮਾਂ ਨੇ ਉਹਨਾਂ ਬਥੇਰਾ ਜ਼ੋਰ ਲਾ ਕੇ ਵੇਖਿਆ, ਪਰ ਜਦੋਂ ਕੋਈ ਪੇਸ਼ ਨਾ ਚੱਲੀ, ਉਹਨਾਂ ਨੇ ਫਿਰ ਧਰਮ ਦਾ ਆਸਰਾ ਲਿਆ। ਧਰਮ ਦਾ ਆਸਰਾ ਇਹ ਲਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਇੱਕ ਪ੍ਰੋਹਤ, ਜਿਹਨੂੰ ਪੰਮਾ ਪ੍ਰੋਹਤ ਕਹਿੰਦੇ ਆ,
ਪਹਾੜੀ ਰਾਜਿਆਂ ਦੇ ਵੱਲੋਂ ਪੰਮਾ ਪ੍ਰੋਹਤਾ ਆਇਆ, ਪਰਮਾਨੰਦ ਜੀ ਦਾ ਨਾਮ ਲਿਖਿਆ ਇਤਿਹਾਸ ਵਿੱਚ, ਔਰ ਮੁਸਲਮਾਨਾਂ ਦੇ ਵੱਲੋਂ ਸੂਬੇ ਸਰਹੰਦ ਦੇ ਵੱਲੋਂ ਸੂਬੇਦਾਰ ਜ਼ਬਰਦਸਤ ਖਾਨ ਦੇ ਵੱਲੋਂ, ਲਾਹੌਰ ਵਾਲੇ ਵੱਲੋਂ, ਉਹਨਾਂ ਵੱਲੋਂ ਮੌਲਵੀ ਆਏ। ਉਹਨਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ, ਸੱਚੇ ਪਾਤਸ਼ਾਹ ਕਈ ਮਹੀਨੇ ਹੋ ਗਏ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਰੱਖਿਆ, ਸਾਡੇ ਸਿਰ ਦੇ ਉੱਤੇ ਵਜਨ ਵਧੀ ਜਾਂਦਾ ਹੈ, ਫੌਜਾਂ ਦਾ ਖਰਚਾ ਇੰਨਾ ਹੈ, ਤਨਖਾਹਾਂ ਇੰਨੀਆਂ ਨੇ, ਔਰ ਬਾਹਰ ਵਸਦੇ ਕਈ ਬੰਦੇ ਬਿਮਾਰ ਹੋ ਗਏ, ਕਈ ਮਾਰੇ ਗਏ। ਆਲੇ ਦੁਆਲੇ ਦੇ ਲੋਕ ਵੀ ਇਹਨਾਂ ਝਗੜਿਆਂ ਤੋਂ ਹੁਣ ਤੰਗ ਆ ਚੁੱਕੇ ਨੇ, ਸਾਡੀ ਇੱਜ਼ਤ ਨਹੀਂ ਰਹਿੰਦੀ ਜੇ ਅਸੀਂ ਇੱਦਾਂ ਹੀ ਉੱਠ ਕੇ ਚਲੇ ਜਾਂਦੇ ਹਾਂ। ਤੁਸੀਂ ਸਾਡੀ ਬੇਨਤੀ ਮੰਨੋ, ਤੁਸੀਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਆਨੰਦਗੜ੍ਹ ਖਾਲੀ ਕਰਕੇ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਕਿ ਸਾਨੂੰ ਤੁਹਾਡੇ 'ਤੇ ਯਕੀਨ ਨਹੀਂ ਹੈ, ਤੁਸੀਂ ਕਈ ਵਾਰ ਪਹਿਲਾਂ ਵੀ ਗੱਲਾਂ ਕੀਤੀਆਂ, ਪਹਾੜੀਆਂ ਨੇ ਕਈ ਵਾਰ ਗੱਲਾਂ ਕੀਤੀਆਂ, ਕਈ ਵਾਰੀ ਇਹਨਾਂ ਦੀ ਸੁਲ੍ਹਾ ਕਰਾਈ, ਪਰ ਆਪਸ ਵਿੱਚ ਆਪਣੇ ਵਚਨਾਂ ਤੋਂ ਮੁੱਕਰਦੇ ਰਹੇ। ਉਸ ਵੇਲੇ ਸਾਧ ਸੰਗਤ ਇਹਨਾਂ ਨੇ ਫਿਰ ਆਪਣੇ ਧਰਮ ਦੀਆਂ ਕਸਮਾਂ, ਜਿਹੜੇ ਹਿੰਦੂ ਰਾਜੇ ਸਨ ਪਹਾੜੀ, ਇਹਨਾਂ ਨੇ ਗਾਂ ਦੀਆਂ ਕਸਮਾਂ ਖਾਧੀਆਂ, ਗੀਤਾ ਦੀਆਂ ਕਸਮਾਂ ਖਾਧੀਆਂ, ਔਰ ਇੱਕ ਥਾਲੀ ਦੇ ਵਿੱਚ ਆਟੇ ਦੀ ਗਾਂ ਬਣਾ ਕੇ ਲਿਆਂਦੀ, ਔਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਪੇਸ਼ ਕੀਤੀ, ਔਰ ਬਚਨ ਕੀਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਕਸਮ ਖਾਂਦੇ ਹਾਂ, ਸਾਨੂੰ ਆਪਣੇ ਦੀਨ ਦੀ, ਆਪਣੇ ਧਰਮ ਦੀ ਕਸਮ ਲੱਗੇ, ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਔਰ ਮੁਸਲਮਾਨਾਂ ਦੇ ਵੱਲੋਂ, ਜਿਹੜੇ ਉਸ ਸਮੇਂ ਆਪਾਂ ਉਹਨਾਂ ਨੂੰ ਸੱਚੇ ਮੁਸਲਮਾਨ ਵੀ ਨਹੀਂ ਕਹਿ ਸਕਦੇ, ਕਿਉਂਕਿ ਬਾਣੀ ਵਿੱਚ ਤਾਂ ਮੁਸਲਮਾਨ ਮੋਮ ਦਿਲ ਹੋਵੇ ਆਖਿਆ ਮਹਾਰਾਜ ਨੇ, ਪਰ ਉਹ ਧਰਮ ਦੇ ਨਾਂ ਦੇ ਉੱਤੇ ਕਹਿ ਲਓ ਦਾਗ ਸਾਨੂੰ ਲੋਕ ਜਿਨ੍ਹਾਂ ਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ। ਔਰੰਗਜ਼ੇਬ ਦੇ ਵੱਲੋਂ ਵੀ ਇੱਕ ਕੁਰਾਨ ਆਈ ਜਿਹਦੇ ਉੱਤੇ ਦਸਤਖਤ ਹੋਏ ਸਨ, ਔਰ ਇਕਰਾਰ ਕੀਤਾ ਗਿਆ ਤੁਸੀਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਸਿੰਘਾਂ ਨੇ ਵੀ ਇਹੀ ਰਾਏ ਦਿੱਤੀ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀਆਂ ਕਸਮਾਂ ਵਾਲਾ ਖੱਤ ਆਪਣੇ ਕੋਲ ਲਿਆ, ਇਕਰਾਰਨਾਮਾ ਜਿਹੜਾ ਉਹਨਾਂ ਨੇ ਕੀਤਾ ਸੀ। ਮਹਾਰਾਜ ਕਲਗੀਧਰ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਪਹਿਲਾਂ ਪੂਰੇ ਆਨੰਦਪੁਰ ਸਾਹਿਬ ਦਾ ਚੱਕਰ ਲਾਇਆ। ਗੁਰੂ ਕਲਗੀਧਰ ਮਹਾਰਾਜ ਨੇ ਪੂਰੇ ਆਨੰਦਪੁਰ ਸਾਹਿਬ ਦਾ ਚੱਕਰ ਲਾਇਆ। ਜਾਂਦਿਆਂ ਜਿਸ ਜਗ੍ਹਾ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ, ਗੁਰਦੁਆਰਾ ਸੀਸਗੰਜ ਸਾਹਿਬ, ਉੱਥੇ ਜਾ ਕੇ ਨਮਸਕਾਰ ਕੀਤੀ, ਉੱਥੇ ਅਰਦਾਸ ਕੀਤੀ। ਉੱਥੇ ਦੇ ਅਸਥਾਨ ਦੀ ਸੇਵਾ ਸੰਭਾਲ ਦੇ ਲਈ ਇੱਕ ਸਿੱਖ ਨੂੰ ਛੱਡ ਕੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਧੀ ਰਾਤ 6-7 ਪੋਹ ਦੀ ਸਾਂਝੀ ਜਿਹੜੀ ਰਾਤ ਸੀ, ਉਸ ਨੂੰ ਅੱਧੀ ਰਾਤ ਨੂੰ ਇਸ ਕਿਲੇ ਦੇ ਵਿੱਚੋਂ ਗਿਣਤੀ ਦੇ ਕੁਝ 500 ਸਿੱਖ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਿਰਧ ਮਾਤਾ ਗੁਜਰੀ ਜੀ, ਗੁਰੂ ਜੀ ਦੇ 2 ਮਹਿਲ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ, ਇਹ ਦੋਵੇਂ ਮਹਿਲ ਇਹ, ਅਤੇ ਗੁਰੂ ਜੀ ਦੇ 4 ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਅਜੀਤ ਸਿੰਘ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਅਤੇ 500 ਸਿੰਘ ਜਾਨ ਤੋਂ ਪਿਆਰੇ, ਜਿਨ੍ਹਾਂ ਦੇ ਵਿੱਚੋਂ ਭਾਈ ਉਦੈ ਸਿੰਘ ਵਰਗੇ ਗੁਰੂ ਕੇ ਸ਼ੇਰ, ਭਾਈ ਬਚਿੱਤਰ ਸਿੰਘ ਵਰਗੇ ਗੁਰੂ ਕੇ ਸਿੰਘ, ਔਰ ਭਾਈ ਸੰਗਤ ਸਿੰਘ ਵਰਗੇ ਗੁਰੂ ਕੇ ਸਿੰਘ, ਔਰ ਭਾਈ ਜੀਵਨ ਸਿੰਘ ਵਰਗੇ, ਅਤੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸਾਧ ਸੰਗਤ, ਉਹਨਾਂ ਸਿੰਘਾਂ ਦੇ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਧੀ ਰਾਤ ਨੂੰ ਇਹ ਆਨੰਦਗੜ੍ਹ ਦਾ ਕਿਲ੍ਹਾ ਮਹਾਰਾਜ ਸਾਹਿਬ ਨੇ ਛੱਡਿਆ। ਕਿਣ-ਮਿਣ ਪੈਂਦੀ ਹੈ, ਅੱਧੀ ਰਾਤ ਹੈ। ਗੁਰੂ ਕਲਗੀਧਰ ਮਹਾਰਾਜ ਜੀ ਜਦੋਂ ਜਾਂਦੇ ਆ, ਸਾਧ ਸੰਗਤ ਹਜੇ ਥੋੜ੍ਹੀ ਦੂਰੇ ਗਏ ਸਨ, ਉਹਨਾਂ ਜ਼ਾਲਮਾਂ ਨੇ ਆਪਣੀਆਂ ਜਿੰਨੀਆਂ ਕਸਮਾਂ ਖਾਧੀਆਂ ਸਨ ਸਭ ਕਸਮਾਂ ਤੋਂ ਮੁੱਕਰ ਗਏ। ਪਿੱਛੋਂ ਯਾ ਅਲੀ ਦੇ ਨਾਅਰੇ ਲੱਗਣ ਲੱਗ ਪਏ। ਹਿੰਦੂਆਂ ਨੇ ਆਪੋ ਆਪਣੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, ਆਪਣੀਆਂ ਕਸਮਾਂ ਖਾ ਕੇ ਮੁੱਕਰੇ, ਔਰ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ, ਸਿੰਘਾਂ ਦੇ ਉੱਤੇ ਹਮਲਾ ਕੀਤਾ। ਉਸ ਹਫੜਾ ਦਫੜੀ ਦੇ ਵਿੱਚ ਸਾਧ ਸੰਗਤ ਇਹ ਉਹ ਦਿਨ ਚੱਲ ਰਹੇ ਆ, ਐ ਪੈਂਦੀ ਠੰਡ, ਅੱਜ ਕਿਤੇ ਥੋੜ੍ਹੀ ਜਿਹੀ ਹਵਾ ਲੱਗਦੀ ਨਾ, ਅਸੀਂ ਕਹਿੰਦੇ ਠੰਡ ਬੜੀ ਹੈ, ਹੱਡ ਚੀਰਵੀਂ ਠੰਡ, ਕਣੀਆਂ ਪੈਂਦੀਆਂ ਨੇ। ਤੇ ਸਾਧ ਸੰਗਤ ਕਈ ਦਿਨਾਂ ਦੇ ਭੁੱਖੇ ਭਾਣੇ ਸਨ, ਖਾਧਾ ਵੀ ਕੁਝ ਨਹੀਂ। ਸਰਸਾ ਨਦੀ ਦੇ ਕਿਨਾਰੇ ਪਹੁੰਚਦੇ ਆ। ਸਰਸਾ ਨਦੀ ਜਿਹੜਾ ਉਸ ਸਮੇਂ ਬਰਸਾਤੀ ਨਦੀ ਸੀ ਸਾਧ ਸੰਗਤ, ਭਰੀ ਚੱਲ ਰਹੀ ਸੀ। ਉਸ ਵੇਲੇ ਪਰਿਵਾਰ ਦਾ ਵਿਛੋੜਾ ਕਲਗੀਧਰ ਜੀ ਦਾ ਉੱਥੇ ਪੈਂਦਾ। 3 ਹਿੱਸਿਆਂ 'ਚ ਪਰਿਵਾਰ ਵੰਡਿਆ ਜਾਂਦਾ, ਜਿਹਦੇ ਵਿੱਚੋਂ ਬਿਰਧ ਮਾਤਾ, ਬਜ਼ੁਰਗ ਉਮਰ ਦੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਦੇ ਕਿਨਾਰੇ ਉਰਲੇ ਪਾਸੇ ਲੰਘ ਜਾਂਦੇ ਆ, ਜੋ ਅੱਗੇ ਜਾ ਕੇ ਸਾਧ ਸੰਗਤ ਜੀ ਉਹ ਕੁੰਮੇ ਮਾਸ਼ਕੀ ਨੂੰ ਮਿਲਦੇ ਆ। ਉਹ ਵੀ ਇੱਕ ਵਿਲੱਖਣ ਇਤਿਹਾਸ ਹੈ। ਗੁਰੂ ਕਲਗੀਧਰ ਮਹਾਰਾਜ ਜੀ ਦਾ ਪਰਿਵਾਰ ਦਾ ਦੂਜਾ ਹਿੱਸਾ, ਜਿਨ੍ਹਾਂ ਵਿੱਚ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਉਹ ਰੋਪੜ ਇੱਕ ਹੀ ਰਾਤ ਵਸੇਪੁਰ ਰੋਪੜ, ਇੱਕ ਰਾਤ ਉੱਥੇ ਭਾਈ ਮਨੀ ਸਿੰਘ, ਭਾਈ ਜਵਾਰ ਸਿੰਘ, ਭਾਈ ਧੰਨਾ ਸਿੰਘ ਹੋਣਾ ਦੇ ਨਾਲ ਹੁੰਦੇ ਹੋਏ
ਰਾਤ ਉੱਥੇ ਰੁਕੇ ਔਰ ਅਗਲੀ ਸਵੇਰ ਮਰਦਾਵੇਂ ਭੇਖਾਂ ਦੇ ਵਿੱਚੋਂ ਚੱਲਦੇ ਹੋਏ ਦਿੱਲੀ ਪਹੁੰਚੇ ਔਰ ਗੁਰੂ ਕਲਗੀਧਰ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਸਮੇਤ ਕੁਝ ਸਿੰਘਾਂ ਦੇ ਸਮੇਤ, ਕੁਝ ਸਿੰਘ ਸ਼ਹੀਦ ਹੋ ਗਏ ਉੱਥੇ ਸਰਸਾ ਨਦੀ ਦੇ ਕਿਨਾਰੇ, ਬਹੁਤ ਵੱਡਾ ਜੰਗ ਹੋਇਆ ਔਰ ਦਸ਼ਮੇਸ਼ ਪਿਤਾ ਉੱਥੋਂ ਚੱਲ ਕੇ ਫਿਰ ਚਮਕੌਰ ਦੀ ਕੜੀ ਪਹੁੰਚਿਆ। ਉਹ ਸਾਰੇ ਇਤਿਹਾਸ ਦਾ ਗਵਾਹ ਇਹ ਪਾਵਨ ਸਥਾਨ ਕਿਲ੍ਹਾ ਆਨੰਦਗੜ੍ਹ ਸਾਹਿਬ ਹੈ, ਜਿੱਥੋਂ ਇੱਕ ਵਾਰ ਦਸ਼ਮੇਸ਼ ਪਿਤਾ ਅਤੇ ਉਹਨਾਂ ਦਾ ਪਰਿਵਾਰ ਇੱਥੋਂ ਹੀ ਇਕੱਠਾ ਹੀ ਗਿਆ ਸੀ। ਉਸ ਤੋਂ ਬਾਅਦ ਇੱਥੋਂ ਜਾਣ ਤੋਂ ਬਾਅਦ ਫਿਰ ਮੇਲੇ ਨਾ ਹੋਏ। ਐਸੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਸੋ ਸਮੂਹ ਸੰਗਤਾਂ ਨੂੰ ਬੇਨਤੀ ਕਿ ਵੱਧ ਤੋਂ ਵੱਧ ਇਹਨਾਂ ਸਥਾਨਾਂ ਦੇ ਦਰਸ਼ਨ ਕਰੋ। ਆਪ ਇਹ ਇਤਿਹਾਸਕ ਸਥਾਨਾਂ ਦੇ ਬਾਰੇ ਆਪਣੇ ਬੱਚਿਆਂ ਨੂੰ ਜਾਣਕਾਰੀ ਦਿਓ। ਇਹੋ ਜਿਹੇ ਜਦੋਂ ਵੀਡੀਓ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਹੋਰ ਬਹੁਤ ਕੁਝ ਸ਼ੇਅਰ ਕਰਦੇ, ਖਰਚਾ ਤਾਂ ਸਾਡਾ ਹੁੰਦਾ ਨਹੀਂ, ਪਰ ਸਾਡੀ ਸੁਰਤ ਹੈ ਕਿ ਕੋਈ ਹਾਸੇ ਦੀ, ਕੋਈ ਮਜ਼ਾਕ ਦੀ ਵੀਡੀਓ ਆਏ ਤੇ ਉਹਨੂੰ ਛੇਤੀ ਦੇਣੀ ਸ਼ੇਅਰ ਕਰ ਦਿੰਦੇ। ਪਰ ਮੈਂ ਤੇ ਬੇਨਤੀ ਕਰਾਂਗਾ ਸਿੱਖ ਸੰਗਤ ਨੂੰ ਕਿ ਐਸੇ ਪਾਵਨ ਪਵਿੱਤਰ ਇਤਿਹਾਸਕ ਸਥਾਨਾਂ ਦਾ ਜਿੱਥੇ ਇਤਿਹਾਸ ਦੱਸਿਆ ਜਾਏ, ਉਹਨਾਂ ਦੀ ਜਾਣਕਾਰੀ ਹੋਏ, ਉਹ ਵੀਡੀਓ ਸ਼ੇਅਰ ਵੀ ਕਰਿਆ ਕਰੋ ਤੇ ਅੱਗੇ ਲਾਈਕ ਵੀ ਕਰਿਆ ਕਰੋ। ਆਪਣੇ ਬੱਚਿਆਂ ਨੂੰ ਵੀ ਦਿਖਾਇਆ ਕਰੋ, ਆਪ ਵੀ ਦਰਸ਼ਨ ਕਰਿਆ ਕਰੋ, ਤਾਂ ਕਿ ਸਾਡੇ ਬੱਚੇ ਸਾਡੇ ਇਤਿਹਾਸ ਤੋਂ ਜਾਣੂ ਹੋ ਸਕਣ। ਜਿੱਥੇ ਅਸੀਂ ਕਹਿੰਦੇ ਹਾਂ ਕਿ ਅੱਜ ਨਸ਼ਾ ਬੜਾ ਫੈਲ ਰਿਹਾ, ਆਹ ਕੁਝ ਹੋ ਰਿਹਾ, ਉਹਦੇ ਵਿੱਚ ਸਾਡਾ ਵੀ ਕਿਤੇ ਨਾ ਕਿਤੇ ਰੋਲ ਹੈ। ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਵਧਾਵਾ ਜ਼ਿਆਦਾ ਦਿੰਦੇ ਹਾਂ। ਧਰਮ ਦੀ ਜਿਹੜੀ ਗੱਲ ਹੁੰਦੀ ਹੈ ਉੱਥੇ ਜਾ ਕੇ ਸਾਡੇ ਹੱਥ ਰੁਕ ਜਾਂਦੇ ਆ, ਉੱਥੇ ਜਾ ਕੇ ਅਸੀਂ ਸੋਚਦੇ ਚਲੋ ਜੀ ਪਤਾ ਨਹੀਂ ਇਹ ਕਰਨ ਦਾ ਸਾਨੂੰ ਕੀ ਫਾਇਦਾ। ਨਹੀਂ, ਵੱਧ ਤੋਂ ਵੱਧ ਲਾਹੇ ਲਾਓ। ਮੈਂ ਸਮੁੱਚੀ ਸਿੱਖ ਚੈਨਲ ਦੀ ਟੀਮ, ਵੀਰ ਹਰਿੰਦਰਜੀਤ ਸਿੰਘ ਹੋਣਾ ਦਾ ਅਤੇ ਕੈਮਰਾਮੈਨ ਵੀਰ ਜੀ ਹੋਣ ਅਤੇ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਯਤਨ ਕੀਤਾ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਦਾ ਇਸ ਪਾਵਨ ਪਵਿੱਤਰ ਸਥਾਨ ਦੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਵਾਏ। ਸੋ ਇਸੇ ਤਰ੍ਹਾਂ ਹੀ ਲਾਹੇ ਲੈਂਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਪ੍ਰੋਗਰਾਮ ਸਫਰੇ ਸ਼ਹਾਦਤ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਏ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ। ਸੋ ਇਸ ਤੋਂ ਅੱਗੇ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਅਤੇ ਉੱਥੋਂ ਦੇ ਕਰਵਾਉਂਦੇ ਹਾਂ ਤੁਹਾਨੂੰ ਦਰਸ਼ਨ ਅਗਲੇ ਕਿਸ਼ਤ ਦੇ ਵਿੱਚ, ਤੇ ਨਾਲ ਉੱਥੋਂ ਦੇ ਇਤਿਹਾਸ ਤੋਂ ਕਰਾਵਾਂਗੇ ਤੁਹਾਨੂੰ ਜਾਣੂ। ਮੈਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।